ਗੋਲਡੀ ਬਰਾੜ ਨੇ 29 ਮਈ ਨੂੰ ਸ਼ਾਮ 7 ਵਜੇ ਮੈਨੂੰ ਫੋਨ ਕੀਤਾ ਸੀ, ਸਵਾ 7 ਵਜੇ, ਜਦੋਂ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਤਾ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਇਸ ਦੀ ਜ਼ਿੰਮੇਵਾਰੀ ਲੈਣਾ ਹੈ। ਗੋਲਡੀ ਬਰਾੜ ਦੇ ਬਾਰੇ ਵੀ ਦੁਨੀਆ ਨੂੰ ਘੱਟ ਪਤਾ ਸੀ 29 ਮਈ ਤੋਂ ਪਹਿਲਾਂ, ਜਦ ਤੱਕ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਹੋ ਗਿਆ। ਤੇ 25 ਨਵੰਬਰ ਨੂੰ ਜਦੋਂ ਮੈਨੂੰ ਕਨਫਰਮੇਸ਼ਨ ਹੋਈ ਹੈ, ਉਸ ਵਕਤ ਇਹ ਜ਼ਰੂਰ ਮੇਰੇ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਗੋਲਡੀ ਬਰਾੜ ਆਪਣੇ ਜਿਹੜੇ ਸਰਕਲ ਦੇ ਲੋਕ ਸੀ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਦੇ ਵਿੱਚ ਨਹੀਂ ਸੀ। ਸਾਡੇ ਕੋਲੇ ਜਾਣਕਾਰੀ ਪਹਿਲਾਂ ਵੀ ਸੀ, ਲੇਕਿਨ ਮੇਰੀ ਜੋ ਆਪਣੀ ਸਮਝ ਕਹਿੰਦੀ ਹੈ ਕਿ ਤਕਰੀਬਨ 18 ਤੋਂ 20 ਨਵੰਬਰ ਦੇ ਆਸ-ਪਾਸ ਇਹ ਗ੍ਰਿਫਤਾਰੀ, ਇਹਨੂੰ ਡਿਟੈਂਸ਼ਨ ਕਿਹਾ ਜਾਏਗਾ। ਸਾਡੇ ਨਾਲ ਰਤੇਸ਼ ਲੱਖੀ ਜੀ, ਜਿਹੜੇ ਕਿ ਸੰਸਾਰ ਪ੍ਰਸਿੱਧ ਪੱਤਰਕਾਰ ਹਨ ਅਤੇ ਸਾਡੇ ਸਟਾਫ ਮੈਂਬਰ ਹਨ, ਉਹਨਾਂ ਤੋਂ ਵਧੇਰੇ ਜਾਣਕਾਰੀ ਲੈਂਦੇ ਆ। ਲੱਖੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਅਕਵਾਲ ਸਾਹਿਬ ਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਹੁਣ ਜਿਹੜੀ ਨਵੀਂ ਖਬਰ ਜਿਹੜੀ ਇਸ ਵੇਲੇ ਸਾਰੀ ਦੁਨੀਆ ਦਾ ਧਿਆਨ ਉੱਧਰ ਹੈਗਾ ਜੀ, ਗੋਲਡੀ ਬਰਾੜ ਬਾਰੇ। ਤੁਹਾਡੀ ਗੱਲਬਾਤ ਉਹਨਾਂ ਦੇ ਨਾਲ ਪਹਿਲਾਂ ਤੋਂ ਵੀ ਹੁੰਦੀ ਰਹੀ ਹੈ, ਕਈ ਖਬਰਾਂ ਤੁਸੀਂ ਹੀ ਬ੍ਰੇਕ ਕੀਤੀਆਂ ਸੀ ਉਹਨਾਂ ਦੇ ਬਾਰੇ, ਜਿਹੜੇ ਆ ਉਹਨਾਂ ਨੇ ਬਿਆਨ ਦਿੱਤੇ। ਤੇ ਇਹ ਜਿਹੜੀ ਹੁਣ ਗ੍ਰਿਫਤਾਰੀ ਹੋਈ ਆ, ਇਹਦੇ ਬਾਰੇ ਸਾਡੇ ਸੁਣਨ ਵਾਲੇ ਨੂੰ ਅਪਡੇਟ ਦਿਓ ਜੀ, ਕਦੋਂ ਗ੍ਰਿਫਤਾਰੀ ਹੋਈ ਹੈ ਉਹਨਾਂ ਦੀ? ਦੇਖੋ ਜੀ, ਇਹਦੀ ਕੋਈ ਸਪਸ਼ਟ ਡੇਟ ਨਹੀਂ ਹੈ ਕਿਉਂਕਿ ਅਥਾਰਟੀਜ਼ ਬਹੁਤ ਟਾਈਟ ਲਿਪਡ ਨੇ, ਲੇਕਿਨ ਪੰਜਾਬ ਦੇ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਹੋਣਾ ਨੇ ਇਸ ਚੀਜ਼ ਨੂੰ ਤਸਦੀਕ ਕਰਤੀ ਹੈ। ਪਰ ਰੈਡ FM ਤੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪਣੇ ਰੈਡ FM ਦੇ ਵਿਊਅਰਸ ਦੇ ਨਾਲ, ਲਿਸਨਰਸ ਦੇ ਨਾਲ ਸਾਂਝੀ ਕੀਤੀ ਸੀ। ਸੋ ਮੁੱਖ ਮੰਤਰੀ ਪੰਜਾਬ ਨੇ ਆਫੀਸ਼ੀਅਲ ਕੈਪੈਸਿਟੀ ਦੇ ਵਿੱਚ ਬੀਇੰਗ ਦ ਹੈਡ ਆਫ ਸਟੇਟ ਇਸ ਚੀਜ਼ ਨੂੰ ਕਹਿਤਾ ਹੈ। ਸਾਡੇ ਕੋਲੇ ਜਾਣਕਾਰੀ ਪਹਿਲਾਂ ਵੀ ਸੀ, ਲੇਕਿਨ ਮੇਰੀ ਜੋ ਆਪਣੀ ਸਮਝ ਕਹਿੰਦੀ ਹੈ ਕਿ ਤਕਰੀਬਨ 18 ਤੋਂ 20 ਨਵੰਬਰ ਦੇ ਆਸ-ਪਾਸ ਇਹ ਗ੍ਰਿਫਤਾਰੀ, ਇਹਨੂੰ ਡਿਟੈਂਸ਼ਨ ਕਿਹਾ ਜਾਏਗਾ। ਆਪਾਂ ਇਸ ਲਈ ਗ੍ਰਿਫਤਾਰੀ ਵਰਤ ਆਮ ਲੋਕਾਂ ਲਈ ਸਮਝਾਉਣ ਲਈ ਵਰਤਣਾ ਨਹੀਂ, ਲੇਕਿਨ ਇਹਦਾ ਟੈਕਨੀਕਲ ਜਿਸ ਨੂੰ ਸ਼ਬਦ ਕਹਾਂਗੇ ਉਹ ਹੈ ਵੀ ਹਿਰਾਸਤ ਵਿੱਚ ਲਿਆ ਗਿਆ, ਉਸਨੂੰ ਡਿਟੇਨ ਕੀਤਾ ਗਿਆ ਅਮਰੀਕਾ ਦੇ ਵਿੱਚ। ਸੋ 18 ਤੋਂ 20 ਨਵੰਬਰ ਦੇ ਆਸ-ਪਾਸ ਦੀ ਇਹ ਡਿਵੈਲਪਮੈਂਟ ਹੈ ਤੇ ਉਸ ਆਪਾਂ ਲਗਾ ਕੇ ਚੱਲੀਏ ਵੀ ਬੀਤੇ ਤਕਰੀਬਨ 13-14 ਦਿਨ ਹੋ ਚੁੱਕੇ ਨੇ। ਮੇਰਾ ਖਿਆਲ ਤੁਹਾਨੂੰ ਤਾਂ ਕਾਫੀ ਦੇਰ ਪਹਿਲਾਂ ਇਸ ਦੀ ਸੂਹ ਮਿਲ ਚੁੱਕੀ ਸੀ। ਜੀ ਹਾਂ, 20 ਨਵੰਬਰ ਨੂੰ ਮੈਨੂੰ ਪਤਾ ਲੱਗਾ ਸੀ ਤੇ 20 ਨਵੰਬਰ ਦੇ ਆਸ-ਪਾਸ ਮੇਰੇ ਕੋਲ ਪਹਿਲੀ ਇਨਪੁਟ ਆਈ ਸੀ, ਜਿਸ ਨੂੰ ਕਿ ਮੈਂ ਆਪਣੇ ਲੈਵਲ ਤੇ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਹੋ ਨਹੀਂ ਪਾਈ। 25 ਨਵੰਬਰ ਦੇ ਆਸ-ਪਾਸ ਜਾ ਕੇ ਚੀਜ਼ਾਂ ਕਲੀਅਰ ਹੋਈਆਂ। ਇਸ ਦੌਰਾਨ 21 ਨਵੰਬਰ ਨੂੰ ਪੰਜਾਬ ਦੇ DGP ਦਾ ਇੱਕ ਬਿਆਨ ਹੈ, ਉਹਨਾਂ ਨੇ ਟਵੀਟ ਕੀਤਾ ਸੀ ਤੇ ਉਸ ਵਿੱਚ ਕਿਹਾ ਸੀ ਕਿ ਗੋਲਡੀ ਬਰਾੜ ਉਸ ਵਕਤ ਜਿਹੜਾ ਡੇਰੇ ਸੱਚੇ ਸੌਦੇ ਦਾ ਪ੍ਰਦੀਪ ਸਿੰਘ ਮਾਰਿਆ ਗਿਆ ਸੀ, ਉਸ ਕੇਸ ਦੇ ਵਿੱਚ 6ਵਾਂ ਐਕਿਊਜ਼ਡ ਫੜਿਆ ਗਿਆ ਸੀ। ਤੇ ਉਹਨਾਂ ਨੇ ਕਿਹਾ ਸੀ ਵੀ 6ਵਾਂ ਰਮਜ਼ਾਨ ਸ਼ਾਇਦ ਉਹਦਾ ਨਾਂ ਸੀ ਜਦੋਂ ਫੜਿਆ ਗਿਆ, ਤੇ ਉਹਨਾਂ ਕਿਹਾ ਗੋਲਡੀ ਬਰਾੜ ਮਾਸਟਰਮਾਈਂਡ ਹੈ ਤੇ ਉਹਦਾ ਰੈੱਡ ਕਾਰਨਰ ਨੋਟਿਸ ਅਸੀਂ ਜਾਰੀ ਕਰਤਾ ਤੇ ਛੇਤੀ ਸ਼ੀਘਰ ਹੀ ਉਹਨੂੰ ਫੜ ਕੇ ਲੈ ਕੇ ਆਵਾਂਗੇ। ਸੋ DGP ਪੰਜਾਬ ਗੌਰਵ ਯਾਦਵ ਨੇ 21 ਨਵੰਬਰ ਨੂੰ ਹੀ ਉਹ ਹਿੰਟ ਦੇ ਦਿੱਤਾ ਸੀ। ਹਾਲਾਂਕਿ ਉਹ ਚੀਜ਼ ਮੈਂ ਵੀ ਉਹਨਾਂ ਨੋਟਿਸ ਨਹੀਂ ਕੀਤੀ, ਮੈਨੂੰ ਲੱਗਾ ਕਿ ਜਿਵੇਂ ਆਮ ਸਰਕਾਰਾਂ ਦਾਅਵੇ ਕਰਦੀਆਂ ਨੇ ਉਵੇਂ ਦਾਅਵਾ ਹੈ, ਲੇਕਿਨ ਹੁਣ ਜੇ ਉਹਨਾਂ ਦੀ ਗੱਲਬਾਤ ਧਿਆਨ ਦੇ ਨਾਲ ਸੁਣੀਏ ਤਾਂ ਐਂ ਲੱਗਦਾ ਵੀ ਕਿ DGP ਇਹ ਦਾਅਵਾ ਨਹੀਂ ਕਰ ਸਕਦਾ ਜਦ ਤੱਕ ਮੁਲਜ਼ਮ ਉਹਨਾਂ ਦੇ ਹੱਥੇ ਨਹੀਂ ਹੈ ਜਾਂ ਉਹਨਾਂ ਦੀ ਰੇਂਜ ਦੇ ਵਿੱਚ ਨਹੀਂ ਹੈ। ਸੋ ਉਸ ਵਕਤ ਤੱਕ ਜਿਹੜਾ ਗੋਲਡੀ ਬਰਾੜ ਸੀ ਕਾਫੀ ਹੱਦ ਤੱਕ ਉਹਨਾਂ ਦੇ ਰਡਾਰ ਤੇ ਸੀ, ਡਿਟੇਨ ਹੋ ਚੁੱਕਾ ਸੀ। ਤੇ 25 ਨਵੰਬਰ ਨੂੰ ਜਦੋਂ ਮੈਨੂੰ ਕਨਫਰਮੇਸ਼ਨ ਹੋਈ ਹੈ, ਉਸ ਵਕਤ ਇਹ ਜ਼ਰੂਰ ਮੇਰੇ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਗੋਲਡੀ ਬਰਾੜ ਆਪਣੇ ਜਿਹੜੇ ਸਰਕਲ ਦੇ ਲੋਕ ਸੀ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਦੇ ਵਿੱਚ ਨਹੀਂ ਸੀ, ਜਿੱਥੋਂ ਕਿ ਇਸ ਚੀਜ਼ ਦਾ ਸ਼ੱਕ ਜ਼ਿਆਦਾ ਵਧਿਆ। ਲੇਕਿਨ ਇਹ ਚੀਜ਼ਾਂ ਨੂੰ ਅਫੀਸ਼ੀਅਲ ਲੈਵਲ ਤੇ ਵੈਰੀਫਾਈ ਕਰਦੇ 29 ਨਵੰਬਰ ਹੋ ਗਈ ਸੀ। 29 ਨਵੰਬਰ ਨੂੰ ਮੇਰੇ ਸੂਤਰਾਂ ਨੇ, ਜਿਹੜੇ ਪੁਲਿਸ ਦੇ ਹੀ ਬਹੁਤ ਸੀਨੀਅਰ ਅਧਿਕਾਰੀ ਸੀ, ਉਹਨਾਂ ਨੇ ਕਨਫਰਮ ਕਰਤਾ ਸੀ ਵੀ ਇੱਦਾਂ ਦੀ ਗੱਲ ਹੈ। ਲੇਕਿਨ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਇਸ ਖਬਰ ਨੂੰ ਅਜੇ ਨਾ ਦਿੱਤਾ ਜਾਏ ਕਿਉਂਕਿ ਡੀਪੋਰਟੇਸ਼ਨ ਦਾ ਪ੍ਰੋਸੈਸ ਹੈ ਜਿਹੜਾ ਤਕਨੀਕੀ ਤੌਰ ਤੇ ਉਹ ਚੱਲਦਾ ਪਿਆ ਹੈ ਤੇ ਉਹਦੇ ਵਿੱਚ ਅੜਚਨ ਆ ਸਕਦੀ ਸੀ। ਸੋ ਇਸ ਵਾਸਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਥੋੜ੍ਹਾ ਜਿਹਾ ਹੋਲਡ ਕਰੋ, ਬ੍ਰੇਕਿੰਗ ਨਿਊਜ਼ ਦੀ ਭੇਡ ਚਾਲ ਦੇ ਚੱਕਰ 'ਚ ਤੁਸੀਂ ਵੱਡਾ ਨੁਕਸਾਨ ਨਾ ਹੋ ਜਾਏ। ਤੇ ਇਸ ਵਾਸਤੇ ਅਸੀਂ ਵੀ ਸਮਝਿਆ ਕਿ ਇਸ ਨੂੰ ਤਦ ਤੱਕ ਕਾਨੂੰਨ ਦੇ ਰਾਹ ਦੇ ਵਿੱਚ ਕਈ ਵਾਰੀ ਅੜਚਨਾਂ ਪੈ ਜਾਂਦੀਆਂ ਹੈਗੀਆਂ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਵੀ ਜਿਹੜਾ ਆ ਉਹਨਾਂ ਨੇ ਤੁਹਾਡੇ ਕੋਲ ਹੀ ਪਹਿਲਾਂ ਐਕਸੈਪਟ ਕੀਤਾ ਸੀ ਕਿ ਅਸੀਂ ਕਰਾਇਆ, ਰਾਈਟ? ਗੋਲਡੀ ਬਰਾੜ ਨੇ 29 ਮਈ ਨੂੰ ਸ਼ਾਮ 7 ਵਜੇ ਮੈਨੂੰ ਫੋਨ ਕੀਤਾ ਸੀ, ਸਵਾ 7 ਵਜੇ, ਜਦੋਂ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਤਾ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਇਸ ਦੀ ਜ਼ਿੰਮੇਵਾਰੀ ਲੈਣਾ ਹੈ। ਮੇਰੇ ਨਾਲ ਤਕਰੀਬਨ ਉਹਨਾਂ ਦੀ 13 ਜਾਂ 14 ਮਿੰਟ ਗੱਲ ਹੋਈ ਉਸ ਦਿਨ। ਸੋ ਉਹਨੇ ਇਸ ਚੀਜ਼ ਨੂੰ ਮੰਨਿਆ ਸੀ। ਉਸ ਤੋਂ ਪਹਿਲਾਂ ਮੇਰੀ 2 ਵਾਰ ਗੋਲਡੀ ਬਰਾੜ ਦੇ ਨਾਲ ਗੱਲ ਹੋਈ ਸੀ। ਉਹ ਜਿਹੜੀ ਗੱਲਬਾਤ ਸੀ, ਉਸ ਵਕਤ ਤਾਂ ਸਿੱਧੂ ਮੂਸੇਵਾਲਾ ਜਿਉਂਦੇ ਸੀ, ਉਸ ਵਕਤ ਅਜਿਹੀ ਕੋਈ ਗੱਲਬਾਤ ਨਹੀਂ ਸੀ, ਮੈਨੂੰ ਆਈਡੀਆ ਵੀ ਨਹੀਂ ਸੀਗੀ। ਗੋਲਡੀ ਬਰਾੜ ਦੇ ਬਾਰੇ ਵੀ ਦੁਨੀਆ ਨੂੰ ਘੱਟ ਪਤਾ ਸੀ 29 ਮਈ ਤੋਂ ਪਹਿਲਾਂ, ਜਦ ਤੱਕ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਹੋ ਗਿਆ। ਆਖਰੀ ਜਿਹੜਾ ਮੇਰਾ ਕੰਟੈਕਟ ਸੀ ਗੋਲਡੀ ਬਰਾੜ ਦੇ ਨਾਲ, ਉਹ ਹੋਇਆ ਸੀ 9 ਨਵੰਬਰ ਨੂੰ। ਅੱਛਾ ਜੀ। ਹੁਣ ਤੋਂ ਕੁਝ ਦਿਨ ਪਹਿਲਾਂ, ਜਦੋਂ ਡੇਰੇ ਸੱਚੇ ਸੌਦੇ ਦਾ ਜਿਹੜਾ ਪ੍ਰਦੀਪ ਸਿੰਘ ਸੀ ਉਹਦਾ ਕਤਲ ਕੀਤਾ, ਉਸ ਤੋਂ ਬਾਅਦ ਗੋਲਡੀ ਬਰਾੜ ਨੇ ਮੈਨੂੰ ਫੇਰ ਫੋਨ ਕੀਤਾ, ਜੋ ਕਿ ਮੈਂ ਨਹੀਂ ਲੈ ਪਾਇਆ, ਮਿਸ ਕਾਲ ਸੀ। ਉਸ ਨੰਬਰ ਤੇ ਮੈਂ ਕਾਲ ਬੈਕ ਕੀਤਾ ਤੇ ਗੋਲਡੀ ਬਰਾੜ ਨੇ ਚੱਕਿਆ ਤੇ ਉਸਨੇ ਫਿਰ ਮੈਨੂੰ ਦੱਸਿਆ, ਸ਼ਾਮ ਤਕਰੀਬਨ 7 ਵਜੇ ਸੀ ਸਰੀ ਟਾਈਮ ਦੇ ਹਿਸਾਬ ਨਾਲ, ਲੇਕਿਨ ਇੰਡੀਆ ਦੇ ਵਿੱਚ ਸਵੇਰ ਸੀ ਤੇ ਤੜਕੇ ਹੀ ਪ੍ਰਦੀਪ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਕੋਟਕਪੂਰੇ। ਸੋ ਉਹਨੇ ਕਿਹਾ ਵੀ ਇਹ ਜ਼ਿੰਮੇਵਾਰੀ ਅਸੀਂ ਲੈ ਰਹੇ ਹਾਂ ਕਿ ਅਸੀਂ ਇਹ ਵਾਰਦਾਤ ਕੀਤੀ ਹੈ। ਸੋ ਉਹਦਾ ਲਾਸਟ ਕੰਟੈਕਟ ਸੀ 9 ਨਵੰਬਰ ਤੇ ਮੈਨੂੰ ਲੱਗਦਾ ਉਸ 9 ਨਵੰਬਰ ਦੇ ਕੰਟੈਕਟ ਤੋਂ ਬਾਅਦ ਸ਼ਾਇਦ ਵਿਦਿਨ 1 ਹਫ਼ਤੇ ਦੇ ਅੰਦਰ ਅੰਦਰ ਉਹ ਆਊਟ ਆਫ ਕਮਿਊਨੀਕੇਸ਼ਨ ਹੋ ਗਿਆ ਆਪਣੇ ਸਰਕਲ ਦੇ ਲੋਕਾਂ ਦੇ ਨਾਲ
ਤੇ ਉਸ ਤੋਂ ਬਾਅਦ ਮੈਂ ਵੀ ਖੈਰ ਮੈਂ ਕਦੇ ਕੋਸ਼ਿਸ਼ ਕੀਤੀ ਵੀ ਨਹੀਂ ਉਸ ਨੂੰ ਜ਼ਿਆਦਾ ਕੰਟੈਕਟ ਕਰਨ ਦੀ। ਉਹਦਾ ਹੀ ਮੈਨੂੰ ਜਦੋਂ ਕਾਲ ਆਉਂਦਾ ਸੀ ਮੈਂ ਨਹੀਂ ਕਦੇ ਉਸ ਨੂੰ ਫਿਰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਨਾ ਮੇਰੀ ਕੋਈ ਗੱਲਬਾਤ ਹੋਈ ਨਾ ਕਿਸੇ ਹੋਰ ਦੀ ਹੋਈ। ਕੁੱਲ ਮਿਲਾ ਕੇ ਕਿੰਨੇ ਕੁ ਕੇਸ ਉਹਦੇ ਉੱਤੇ ਹੁਣ ਤੱਕ ਬਣਦੇ ਹੋਣਗੇ? ਦੇਖੋ ਜੀ, ਗੋਲਡੀ ਬਰਾੜ ਉੱਤੇ ਹੁਣ ਤਾਂ ਕਾਫੀ ਕੇਸ ਨੇ, ਲੇਕਿਨ ਜਦ ਤੱਕ ਸਿੱਧੂ ਮੂਸੇਵਾਲਾ, ਗੋਲਡੀ ਬਰਾੜ ਦਾ ਆਪਣਾ ਦਾਅਵਾ ਸੀ ਜਦੋਂ ਉਸਨੇ ਮੈਨੂੰ ਫੋਨ ਕੀਤਾ ਸੀ 3-4 ਅਪ੍ਰੈਲ ਦੇ ਆਸ-ਪਾਸ, ਸਿੱਧੂ ਮੂਸੇਵਾਲਾ ਉਸ ਵਕਤ ਜਿਉਂਦੇ ਸੀ, ਉਸ ਵਕਤ ਉਹਨੇ ਕਿਹਾ ਸੀ ਵੀ ਮੈਂ 25 ਤੋਂ 30 ਮਰਡਰ ਕਰਾ ਚੁੱਕਾ ਹਾਂ, ਤੁਸੀਂ ਮੇਰਾ ਰਿਕਾਰਡ ਪੁੱਛ ਲਓ ਦਿੱਲੀ ਪੁਲਿਸ ਤੋਂ ਜਾਂ ਪੰਜਾਬ ਤੋਂ ਜਾਂ ਹਰਿਆਣੇ ਤੋਂ। ਤੇ ਬਹੁਤ ਕੇਸਿਸ ਨੇ, ਇੱਕ ਤੋਂ ਬਾਅਦ ਇੱਕ ਕੇਸਿਸ ਹੈਗੇ ਨੇ, ਵੱਡੇ ਕੇਸਿਸ ਵੀ ਨੇ। ਸਿੱਧੂ ਮੂਸੇਵਾਲਾ ਤਾਂ ਖੈਰ ਸਭ ਤੋਂ ਵੱਡਾ ਕੇਸ ਸੀਗਾ, ਉਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ। ਇਹ ਬੇਸਿਕਲੀ ਇੰਟਰ ਗੈਂਗ ਰਾਈਵਲਰੀ ਦੇ ਜਿਹੜੇ ਕੇਸ ਸੀ, ਉਸ ਤਰੀਕੇ ਦੇ ਲੋਕਾਂ ਦੀਆਂ ਕਈ ਵਾਰਦਾਤਾਂ ਹੋਈਆਂ, ਜਿਵੇਂ ਬਠਿੰਡੇ ਦੇ ਵਿੱਚ ਕੁਝ ਵਾਰਦਾਤਾਂ ਹੋਈਆਂ, ਕਈ ਥਾਵਾਂ ਤੇ ਇਸਨੇ ਕਰਵਾਇਆ। ਤੇ ਲੇਕਿਨ ਇਹਦੇ ਵੱਡੇ ਜਿਹੜੇ ਹਾਈ ਪ੍ਰੋਫਾਈਲ ਟਾਰਗੇਟ ਕਿਲਿੰਗ ਦਾ ਕੇਸ ਸੀ ਉਹ ਸਿੱਧੂ ਮੂਸੇਵਾਲਾ ਸੀ, ਤੇ ਉਸ ਤੋਂ ਬਾਅਦ ਜਿਹੜਾ ਡੇਰੇ ਸੱਚੇ ਸੌਦੇ ਦਾ ਪ੍ਰਦੀਪ ਸਿੰਘ ਨੂੰ ਮਾਰਿਆ ਗਿਆ, ਇਹ ਬੇਸਿਕਲੀ ਬੇਅਦਬੀ ਦਾ ਮੁਲਜ਼ਮ ਵੀ ਸੀਗਾ। ਸੋ ਕਿਉਂਕਿ ਨਾਂ ਜਿਹੜਾ ਸੀ ਗੋਲਡੀ ਬਰਾੜ ਦਾ, ਉਹ ਸਿੱਧੂ ਮੂਸੇਵਾਲੇ ਤੋਂ ਬਾਅਦ ਸਾਰਿਆਂ ਨੂੰ ਮਤਲਬ ਮੈਮਰੀ ਦੇ ਵਿੱਚ ਹੋ ਗਿਆ। ਉਸ ਤੋਂ ਬਾਅਦ ਫਿਰ ਕੋਈ ਵੀ ਘਟਨਾ ਹੁੰਦੀ ਹੈ ਤਾਂ ਫਿਰ ਨੋਨ ਦੇ ਤੌਰ ਤੇ ਹੀ ਆ। ਹੁਣ ਕੋਈ ਐਗਜ਼ੈਕਟ ਲੋਕੇਸ਼ਨ ਦਾ ਤਾਂ ਨਹੀਂ ਪਤਾ ਹੁਣ ਅਮਰੀਕਾ 'ਚ ਕਿੱਥੋਂ ਗ੍ਰਿਫਤਾਰੀ ਹੋਈ ਜੀ, ਡਿਟੇਨ ਕੀਤਾ ਗਿਆ? ਸਾਲਟ ਲੇਕ ਸਿਟੀ ਦੇ ਆਸ-ਪਾਸ ਦੇ ਏਰੀਆ ਦੱਸੇ ਜਾਂਦੇ ਨੇ। ਕਈ ਭੇਦ ਹੈਗੇ ਨੇ, ਕਿਉਂਕਿ ਮੈਂ ਜਿਹੜੀ ਆਪਣੀ ਵੀ ਜਾਣਕਾਰੀ ਦਿੱਤੀ ਸੀ ਉਸ ਵਕਤ ਤੱਕ ਮੈਨੂੰ ਵੀ ਇਸ ਬਾਰੇ ਕਨਫਿਊਜ਼ਨ ਹੈ ਹਾਲੇ ਕਿ ਐਗਜ਼ੈਕਟਲੀ ਕੀ ਲੋਕੇਸ਼ਨ ਹੈ। ਅੱਜ ਮੇਰੇ ਕੋਲ 2 ਇਨਪੁਟਸ ਕੁਝ ਹੋਰ ਆਈਆਂ ਨੇ। ਪਹਿਲਾਂ ਸਿਐਟਲ ਦੀ ਚਰਚਾ ਚੱਲਦੀ ਰਹੀ, ਲੇਕਿਨ ਸਾਲਟ ਲੇਕ ਸਿਟੀ, ਦੇਖੋ ਫ੍ਰੈਜ਼ਨੋ ਤੇ ਇੱਕ ਸਾਲਟ ਲੇਕ ਸਿਟੀ, ਇਹ 2 ਥਾਵਾਂ ਤੇ ਉਸ ਦੀ ਲੋਕੇਸ਼ਨ ਟਰੇਸ ਹੋਈ। ਤੇ ਬਾਕਾਇਦਾ ਆਪਾਂ ਜ਼ਿਕਰ ਵੀ ਕੀਤਾ ਜਦੋਂ ਵੀ ਇਸ ਬਾਰੇ ਗੱਲ ਕੀਤੀ ਵੀ ਗੋਲਡੀ ਬਰਾੜ ਕਿੱਥੇ ਹੈ। ਕੁਝ ਦਿਨ ਪਹਿਲਾਂ ਮੈਂ ਇੱਕ ਰਿਪੋਰਟ ਨਸ਼ਰ ਕੀਤੀ ਸੀ ਜਿਸ ਵਿੱਚ ਮੈਂ ਜ਼ਿਕਰ ਇਹ ਕੀਤਾ ਸੀ ਕਿ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੋਵੇਂ, ਗੋਲਡੀ ਬਰਾੜ ਤੇ ਲੱਕੀ ਪਟਿਆਲ ਦੋਵੇਂ, ਲੱਕੀ ਪਟਿਆਲ ਇੱਕ ਹੋਰ ਗੈਂਗਸਟਰ ਹੈ, ਦੋਵੇਂ ਅਮਰੀਕਾ ਪਹੁੰਚ ਚੁੱਕੇ ਨੇ। ਉਸ ਵਿੱਚ ਮੈਂ ਜ਼ਿਕਰ ਦੋਵਾਂ ਥਾਂ ਦਾ ਕੀਤਾ ਸੀ, ਫ੍ਰੈਜ਼ਨੋ ਤੇ ਸਾਲਟ ਲੇਕ ਸਿਟੀ। ਸੋ ਸਾਲਟ ਲੇਕ ਸਿਟੀ ਦੇ ਆਸ-ਪਾਸ ਉਤਾਹ ਪ੍ਰੋਵਿੰਸ ਜਿਹੜਾ ਹੈ ਉੱਥੋਂ ਸ਼ਹਿਰ ਤੋਂ ਗ੍ਰਿਫਤਾਰੀ ਹੈ, ਲੇਕਿਨ ਐਗਜ਼ੈਕਟਲੀ ਅਲੱਗ-ਅਲੱਗ ਹੁਣ ਸ਼ਹਿਰ ਆ ਰਹੇ ਹੈਗੇ ਨੇ। ਮੈਂ ਉਸ ਆਈ ਵੋਂਟ ਹੈਜ਼ਰਡ ਅ ਗੈਸ ਜਿਹਨੂੰ ਕਹਿੰਦੇ, ਆਪਾਂ ਕੋਈ ਜੋਖਿਮ ਨਹੀਂ ਲੈਣਾ ਚਾਹਾਂਗੇ। ਹੁਣ ਆਪਾਂ ਚਾਹੁੰਦੇ ਕਿਉਂਕਿ ਭਗਵੰਤ ਮਾਨ ਨੇ ਇਸ ਚੀਜ਼ ਦੀ ਤਸਦੀਕ ਕੀਤੀ ਹੈ, ਤੇ ਜੇ ਪੁਲਿਸ ਖੁਦ ਹੀ ਇਸ ਬਾਰੇ ਜਾਣਕਾਰੀ ਦੇ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਹੁਣ ਕਿੰਨੇ ਕਿਆਸ ਲਾਣੇ ਸੀ ਲੱਗ ਚੁੱਕੇ ਨੇ। ਹੁਣ ਬਸ ਇੰਤਜ਼ਾਰ ਇਸ ਚੀਜ਼ ਦਾ, ਸ਼ਾਇਦ ਪੁਲਿਸ ਜਾਂ ਜਿਹੜੀ ਅਥਾਰਟੀਜ਼ ਨੇ, ਭਾਰਤ ਦੀਆਂ ਏਜੰਸੀਆਂ ਇਨਵੋਲਵ ਨੇ। ਮੈਂ ਤੁਹਾਨੂੰ ਦੱਸਦਾ ਇਸ ਦੇ ਵਿੱਚ ਇਹ ਇਕੱਲਾ ਪੰਜਾਬ ਪੁਲਿਸ ਦਾ ਕੰਮ ਨਹੀਂ ਹੈ, ਪੰਜਾਬ ਪੁਲਿਸ ਇਨਵੋਲਵ ਜ਼ਰੂਰ ਲਈ ਹੈ, ਲੇਕਿਨ ਸਾਰਾ ਕੰਮ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ CBI ਦੇ ਜ਼ਰੀਏ ਹੋਇਆ ਹੈ। ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਸੀ, ਸੋ ਇੰਟਰਪੋਲ ਦੀ ਵੀ ਮਦਦ ਲਈ ਗਈ ਹੈ। ਇੱਕ ਬਹੁਤ ਫੂਲ ਪ੍ਰੂਫ ਕੇਸ ਬਣਾਇਆ ਗਿਆ। ਤੇ ਗੋਲਡੀ ਬਰਾੜ ਜਿਹੜਾ ਸੀ ਅਮਰੀਕਾ ਦੇ ਵਿੱਚ ਇੱਕ ਐਜ਼ਿਊਮਡ ਨਾਂ ਦੇ ਤਹਿਤ, ਇੱਕ ਝੂਠੇ ਨਾਂ ਦੇ ਤਹਿਤ ਰਹਿ ਰਿਹਾ ਸੀ, ਜੋ ਕਿ ਉਹਦੇ ਲਈ ਸਭ ਤੋਂ ਵੱਡੀ ਦਿੱਕਤ ਖੜੀ ਹੋਈ ਹੈ। ਸ਼ਰਨਾਰਥ ਦੀ ਵੀ ਗੱਲ ਚੱਲਦੀ ਸੀ ਵੀ ਸ਼ਾਇਦ ਉਹ ਸ਼ਰਨਾਰਥ ਮੰਗੇ, ਉਸਨੇ ਮੰਗੀ, ਉਸਨੇ ਦੱਸਿਆ ਜਾਂਦਾ ਮੰਗੀ ਹੈ, ਡਿਟੇਲਸ ਇਮਰਜ ਕਰਨ ਗਿਆ, ਲੇਕਿਨ ਜਿਹੜੀ ਉਸਨੇ ਅਸਾਈਲਮ ਸੀਕ ਕੀਤਾ ਉਹ ਕਿਸੇ ਹੋਰ ਨਾਂ ਤੋਂ ਕੀਤਾ। ਜੇ ਉਸਨੇ ਆਪਣੇ ਨਾਂ ਤੋਂ ਕੀਤਾ ਹੁੰਦਾ, ਮੇਰੀ ਐਕਸਪਰਟਸ ਨਾਲ ਗੱਲ ਹੋ ਰਹੀ ਸੀ ਵੀ ਅਸਾਈਲਮ ਦਾ ਜੇ ਕੇਸ ਹੈ ਤਾਂ ਫਿਰ ਉਹ ਅੜ ਸਕਦਾ, ਉਹ ਐਕਸਟ੍ਰੈਡੀਸ਼ਨ ਜਾ ਸਕਦਾ, ਉਹਦੇ ਪਿੱਛੇ ਲੰਬੀ ਚੌੜੀ ਮੁਕੱਦਮੇਬਾਜ਼ੀ ਹੋ ਸਕਦੀ, ਕਾਨੂੰਨੀ ਪ੍ਰੋਸੈਸ ਦੇ ਵਿੱਚ ਹੋਏਗਾ, ਉਹਦੇ 'ਚ ਸਮਾਂ ਲੱਗ ਸਕਦਾ। ਲੇਕਿਨ ਉਹ ਐਕਸਟ੍ਰੈਡੀਸ਼ਨ ਨਹੀਂ, ਇਹਦੀ ਡੀਪੋਰਟੇਸ਼ਨ ਦੀ ਕੋਸ਼ਿਸ਼ ਹੈ। ਸੋ ਡੀਪੋਰਟੇਸ਼ਨ ਕੁਝ ਹਫ਼ਤਿਆਂ ਦੇ ਵਿੱਚ ਹੋ ਜਾਂਦੀ ਹੈ, ਤੇ ਜੇ ਆਪਾਂ ਪੂਰੀ ਟਾਈਮਲਾਈਨ ਵੇਖੀਏ ਤਾਂ ਮੈਨੂੰ ਲੱਗਦਾ ਹੈ ਕੁਝ ਦਿਨਾਂ ਦੇ ਅੰਦਰ ਗੋਲਡੀ ਬਰਾੜ ਤਾਂ ਹੋਣ ਵਾਲੀ ਹੈ ਜਦ ਇਹ ਗ੍ਰਿਫਤਾਰੀ ਹੋਈ। ਮੈਨੂੰ ਲੱਗਦਾ ਕੁਝ ਦਿਨਾਂ 'ਚ ਡੀਪੋਰਟੇਸ਼ਨ ਦੀ ਹੋ ਜਾਏਗੀ, ਤੇ ਇੰਨਾ ਭਰੋਸਾ ਹੈ ਪੁਲਿਸ ਨੂੰ ਜਾਂ ਏਜੰਸੀਆਂ ਨੂੰ, ਤਾਂ ਹੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ। ਅਦਰਵਾਈਜ਼ ਪੰਜਾਬ ਦਾ ਮੁੱਖ ਮੰਤਰੀ ਇਹੋ ਜਿਹਾ ਬਿਆਨ ਦੇ ਤੇ ਬਾਅਦ ਦੇ ਵਿੱਚ ਡੀਪੋਰਟੇਸ਼ਨ ਨਾ ਹੋਏ ਤਾਂ ਫਿਰ ਤੁਸੀਂ ਸੋਚੋ ਵੀ ਪੋਲੀਟੀਕਲ ਉਹਦਾ ਕੀ। ਰਤੇਸ਼ ਜੀ ਬਹੁਤ ਧੰਨਵਾਦ। ਔਰ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਦੇਸ਼ ਪ੍ਰਦੇਸ਼ TV ਪ੍ਰੋਗਰਾਮ ਦੇ ਵਿੱਚ ਤਾਂ ਚਲੋ ਤੁਸੀਂ ਇਹ ਰਿਪੋਰਟ ਵੇਖ ਰਹੇ ਹੋ, ਪਰ ਤਾਜ਼ਾ ਅਪਡੇਟ ਕਿਸੇ ਵੀ ਸਮੇਂ ਕੋਈ ਵੀ ਆਉਂਦੀ ਹੈ, ਰਤੇਸ਼ ਲੱਖੀ ਹੁਣੀ ਹਮੇਸ਼ਾ ਹੀ ਸ਼ੇਅਰ ਕਰਦੇ ਰਹਿੰਦੇ ਹੈਗੇ ਆ, ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਰੈੱਡ FM ਦੇ ਪਲੇਟਫਾਰਮ ਤੋਂ ਵੀ। ਸੋ ਉਸ ਨੂੰ ਵੀ ਫੋਲੋ ਕਰਦੇ ਰਹਿਣਾ। ਬਹੁਤ ਮਿਹਰਬਾਨੀ ਜੀ। ਧੰਨਵਾਦ ਤਰਪਾਲ ਸਾਹਿਬ।